बहुत ही प्यारे बच्चों ਅਤੇ अध्यापक साथियों, ਸਾਡੇ ਵੱਲੋਂ ਤੁਹਾਨੂੰ प्यार भरी सत श्री अकाल। मेरा नाम जसकरण सिंह, साइंस मास्टर सरकारी मिडल स्कूल गुरुसर महराज, जिला बठिंडा ਅਤੇ मेरे नाल ਹਨ मेरे अध्यापक साथी श्री हरजीत सिंह, साइंस मास्टर सरकारी सीनियर सैकेंडरी स्कूल बिरक कला, जिला बठिंडा। बच्चों, अज असी जमात 8वीं ਦੇ ਲਈ ਇੱਕ ਅਧਿਆਇ ਜੋ ਕਿ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸਿੱਧੇ ਤੌਰ ਤੇ ਸੰਬੰਧ ਰੱਖਦਾ ਹੈ ਉਹ ਪੇਸ਼ ਕਰਨ ਜਾ ਰਹੇ ਹਾਂ। ਹਾਂਜੀ ਬੱਚਿਓ, ਅਸੀਂ ਗੱਲ ਕਰ ਰਹੇ ਹਾਂ ਕੋਲਾ ਅਤੇ ਪੈਟਰੋਲੀਅਮ ਅਧਿਆਇ ਦੇ ਬਾਰੇ। ਬੱਚਿਓ, ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਕੋਲੇ ਊਰਜਾ ਦੇ ਦੋ ਤਰ੍ਹਾਂ ਦੇ ਸਰੋਤ ਹੁੰਦੇ ਹਨ। ਇੱਕ ਸਰੋਤ ਅਜਿਹੇ ਹਨ ਜੋ ਕਿ ਖਤਮ ਹੋ ਸਕਦੇ ਹਨ ਅਤੇ ਇੱਕ ਸਰੋਤ ਇਹੋ ਜਿਹੇ ਹਨ ਜੋ ਕਿ ਲੰਬਾ ਸਮਾਂ ਆਪਾਂ ਵਰਤ ਸਕਦੇ ਹਾਂ, ਭਾਵ ਉਹਨਾਂ ਨੂੰ ਆਪਾਂ ਨਾ ਖਤਮ ਹੋਣ ਵਾਲੇ ਸਰੋਤ ਵੀ ਕਹਿ ਸਕਦੇ ਹਾਂ। ਆਪਣੇ ਕੋਲੇ ਜੋ ਊਰਜਾ ਦੇ ਸੋਮੇ ਹਨ ਉਹਨਾਂ ਨੂੰ ਆਪਾਂ ਮੁੱਖ ਰੂਪ ਵਿੱਚ ਦੋ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਪਹਿਲਾ ਭਾਗ ਖਤਮ ਹੋਣ ਵਾਲੇ ਊਰਜਾ ਦੇ ਸਰੋਤ, ਜਿਵੇਂ ਇਹ ਉਹ ਸਰੋਤ ਹਨ ਜਿਨ੍ਹਾਂ ਨੂੰ ਜੇਕਰ ਅਸੀਂ ਲੰਬਾ ਸਮਾਂ ਵਰਤਦੇ ਜਾਵਾਂਗੇ ਤਾਂ ਇਹ ਇੱਕ ਦਿਨ ਖਤਮ ਹੋ ਜਾਣਗੇ, ਭਾਵ ਇਹਨਾਂ ਦੀ ਮਾਤਰਾ ਆਪਣੇ ਕੋਲ ਸੀਮਤ ਹੈ। ਜੋ ਲਗਾਤਾਰ ਵਰਤਣ ਦੇ ਨਾਲ ਇਹ ਕਿਸੇ ਟਾਈਮ ਦੇ ਉੱਤੇ ਜਾ ਕੇ ਆਪਣੇ ਲਈ ਖਤਮ ਹੋ ਜਾਣਗੇ। ਉਦਾਹਰਨ ਦੇ ਤੌਰ ਤੇ ਆਪਾਂ ਜਿਵੇਂ ਗੱਲ ਕਰਦੇ ਹਾਂ ਪੈਟਰੋਲੀਅਮ, ਡੀਜ਼ਲ, ਕੋਲਾ ਆਦਿ। ਜੋ ਦੂਜੇ ਤਰ੍ਹਾਂ ਦੇ ਸਰੋਤ ਹਨ ਉਹ ਹਨ ਨਾ ਖਤਮ ਹੋਣ ਵਾਲੇ ਊਰਜਾ ਦੇ ਸਰੋਤ। ਇਹ ਅਜਿਹੇ ਸਰੋਤ ਹਨ ਜੋ ਸਾਨੂੰ ਕੁਦਰਤ ਦੁਆਰਾ ਪ੍ਰਾਪਤ ਹੋਏ ਹਨ। ਅਸੀਂ ਇਹਨਾਂ ਦੀ ਵਰਤੋਂ ਲੰਬੇ ਸਮੇਂ ਤੋਂ ਕਰ ਰਹੇ ਹਾਂ ਅਤੇ ਅੱਗੇ ਵੀ ਲੰਬੇ ਸਮੇਂ ਤੱਕ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਸੂਰਜ ਦੀ ਊਰਜਾ, ਹਵਾ ਦੁਆਰਾ ਪ੍ਰਾਪਤ ਊਰਜਾ, ਪਾਣੀ ਦੁਆਰਾ ਪ੍ਰਾਪਤ ਊਰਜਾ, ਇਹ ਕੁਦਰਤੀ ਰੂਪ ਵਿੱਚ ਮਿਲੇ ਹੋਏ ਊਰਜਾ ਦੇ ਸਰੋਤ ਹਨ ਜੋ ਕਿ ਆਪਣੀ ਲੰਬਾ ਸਮਾਂ ਵਰਤੋਂ ਕਰਨ ਤੇ ਵੀ ਖਤਮ ਨਹੀਂ ਹੋ ਸਕਦੇ। ਬੱਚਿਓ, ਅੱਜ ਆਪਾਂ ਜਿਸ ਮਹੱਤਵਪੂਰਨ ਵਿਸ਼ੇ ਬਾਰੇ ਗੱਲ ਕਰਨੀ ਹੈ ਉਹ ਹਨ ਊਰਜਾ ਦੇ ਖਤਮ ਹੋਣ ਵਾਲੇ ਸਰੋਤਾਂ ਬਾਰੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਊਰਜਾ ਦੇ ਖਤਮ ਹੋਣ ਵਾਲੇ ਸਰੋਤ ਉਹ ਸਰੋਤ ਹਨ ਜਿਨ੍ਹਾਂ ਦੀ ਲੰਬਾ ਸਮਾਂ ਵਰਤੋਂ ਕਰਨ ਤੇ ਇਹ ਇੱਕ ਨਾ ਇੱਕ ਦਿਨ ਸਮਾਪਤ ਹੋ ਜਾਣਗੇ। ਇਹਨਾਂ ਸਰੋਤਾਂ ਨੂੰ ਬਣਨ ਦੇ ਵਿੱਚ ਬਹੁਤ ਜ਼ਿਆਦਾ ਲੰਬਾ ਸਮਾਂ ਲੱਗਿਆ ਹੈ। ਇਸੇ ਕਰਕੇ ਜੇਕਰ ਆਪਾਂ ਵਰਤਦੇ ਜਾਵਾਂਗੇ ਤਾਂ ਇਦਾਂ ਨਹੀਂ ਹੈ ਕਿ ਆਪਾਂ ਇਹਨਾਂ ਨੂੰ ਲਗਾਤਾਰ ਪੈਦਾ ਕਰਦੇ ਜਾਈਏ, ਕਿਉਂਕਿ ਇਹ ਪੈਦਾ ਹੋਣ ਲਈ ਬਹੁਤ ਲੰਬਾ ਸਮਾਂ ਲੈਂਦੇ ਹਨ। ਆਪਾਂ ਉਦਾਹਰਨ ਦੇ ਤੌਰ ਤੇ ਪਹਿਲਾਂ ਗੱਲ ਕੀਤੀ ਸੀ, ਜਿਵੇਂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਇਹ ਊਰਜਾ ਦੇ ਖਤਮ ਹੋਣ ਵਾਲੇ ਸਰੋਤ ਹਨ। ਬੱਚਿਓ, ਇਹਨਾਂ ਸਰੋਤਾਂ ਨੂੰ ਫਾਸਿਲ ਬਾਲਣ ਵੀ ਕਿਹਾ ਜਾਂਦਾ ਹੈ। ਫਾਸਿਲ ਬਾਲਣ ਹੁਣ ਕੀ ਹਨ, ਇਸ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਫਾਸਿਲ ਬਾਲਣ ਉਹ ਬਾਲਣ ਹਨ ਜੋ ਲੰਬਾ ਸਮਾਂ ਪਹਿਲਾਂ ਧਰਤੀ ਉੱਤੇ ਮੌਜੂਦ ਜੀਵ ਜੰਤੂ, ਪੌਦਿਆਂ ਆਦਿ ਦੇ ਜ਼ਮੀਨ ਹੇਠਾਂ ਦੱਬ ਜਾਣ ਕਾਰਨ ਵੱਖ-ਵੱਖ ਕੁਦਰਤੀ ਵਰਤਾਰਿਆਂ ਦੇ ਹੋਣ ਦੇ ਨਾਲ ਹੋਂਦ ਵਿੱਚ ਆਏ। ਇਹਨਾਂ ਫਾਸਿਲ ਬਾਲਣਾਂ ਨੇ ਕੋਲ, ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਰੂਪ ਵਿੱਚ ਆਪਣੇ ਆਪ ਨੂੰ ਢਾਲ ਲਿਆ। ਸਭ ਤੋਂ ਪਹਿਲਾਂ ਆਪਾਂ ਕੋਲੇ ਬਾਰੇ ਗੱਲਬਾਤ ਕਰਦੇ ਹਾਂ। ਬੱਚਿਓ, ਤੁਸੀਂ ਸਾਰਿਆਂ ਨੇ ਕੋਲੇ ਬਾਰੇ ਤਾਂ ਸੁਣਿਆ ਹੀ ਹੋਵੇਗਾ, ਦੇਖਿਆ ਵੀ ਹੋਵੇਗਾ। ਹਾਂਜੀ, ਬਿਲਕੁਲ ਜ਼ਰੂਰ ਦੇਖਿਆ ਹੋਵੇਗਾ। ਬੱਚਿਓ, ਕੋਲਾ ਆਪਾਂ ਆਮ ਤੌਰ ਤੇ ਕਿੱਥੇ ਵੇਖਦੇ ਹਾਂ? ਤੁਸੀਂ ਵੇਖਿਆ ਹੋਵੇਗਾ ਵੱਡੀਆਂ ਰੇਲ ਗੱਡੀਆਂ ਦੇ ਵਿੱਚ ਇੱਕ ਕਾਲੇ ਰੰਗ ਦਾ ਪਦਾਰਥ ਢੋਇਆ ਜਾਂਦਾ ਹੈ ਜੋ ਕਿ ਥਰਮਲ ਪਲਾਟਾਂ ਨੂੰ
ਬਿਜਲੀ ਦੀ ਸਪਲਾਈ ਕਰਨ ਦੇ ਲਈ ਭੇਜਿਆ ਜਾਂਦਾ ਹੈ। ਇਹ ਕਾਲੇ ਰੰਗ ਦਾ ਠੋਸ ਪਦਾਰਥ ਹੀ ਆਪਣੇ ਕੋਲੇ ਕੋਲਾ ਹੁੰਦਾ ਹੈ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਕੋਲੇ ਦੀ ਵਰਤੋਂ ਬਿਜਲੀ ਪੈਦਾ ਕਰਨ ਲਈ ਵੱਡੇ ਥਰਮਲ ਪਲਾਂਟਾਂ ਦੇ ਵਿੱਚ, ਕੱਪੜਾ ਪ੍ਰੈਸ ਕਰਨ ਦੇ ਲਈ ਜੋ ਕਾਰੀਗਰ ਹੁੰਦੇ ਹਨ ਉਹ ਕੋਲੇ ਦੇ ਉੱਪਰ ਪ੍ਰੈਸਾਂ ਚਲਾਉਂਦੇ ਹਨ। ਪੁਰਾਣੇ ਸਮੇਂ ਦੇ ਵਿੱਚ ਰੇਲ ਗੱਡੀਆਂ ਦੇ ਇੰਜਨ ਨੂੰ ਚਲਾਉਣ ਦੇ ਲਈ ਕੋਲੇ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਕੋਲੇ ਦੀ ਵਰਤੋਂ ਹੋਰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਬੱਚਿਓ, ਕੀ ਤੁਸੀਂ ਕਦੇ ਸੋਚਿਆ ਹੈ ਇਹ ਕੋਲਾ ਆਪਣੇ ਕੋਲੇ ਕਿੱਥੋਂ ਪ੍ਰਾਪਤ ਹੋਇਆ ਹੈ? ਜ਼ਰੂਰ ਬੱਚਿਓ, ਹੁਣ ਅੱਜ ਤੁਹਾਨੂੰ ਅਸੀਂ ਆਪਾਂ ਕੋਲੇ ਦੇ ਨਿਰਮਾਣ ਬਾਰੇ ਦੱਸਾਂਗੇ ਕਿ ਕੋਲਾ ਕਿਵੇਂ ਹੋਂਦ ਵਿੱਚ ਆਇਆ, ਕਿਵੇਂ ਇਸ ਦੀ ਖੁਦਾਈ ਹੁੰਦੀ ਹੈ, ਕਿਵੇਂ ਇਹ ਆਪਣੀ ਵਰਤੋਂ ਦੇ ਵਿੱਚ ਆਉਂਦਾ ਹੈ। ਹੁਣ ਮੈਂ ਮੇਰੇ ਸਾਥੀ ਹਰਜੀਤ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਸਾਨੂੰ ਦੱਸਣ ਕਿ ਕੋਲਾ ਆਪਣੇ ਕੋਲੇ ਕਿਵੇਂ ਹੋਂਦ ਵਿੱਚ ਆਇਆ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਸਰ ਨੇ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਕੋਲਾ ਇੱਕ ਫੋਸਿਲ ਫਿਊਲ ਹੈ, ਭਾਵ ਪਥਰਾਟ ਬਾਲਣ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਪਥਰਾਟ ਕੀ ਹੁੰਦੇ। ਪੌਦਿਆਂ, ਜੰਤੂਆਂ ਦੀ ਰਹਿੰਦ ਖੂੰਹਦ ਜਿਹੜੀ ਕਿ ਧਰਤੀ ਨਾਲ ਦਬ ਜਾਂਦੀ ਹੈ ਉਹਨੂੰ ਆਪਾਂ ਫੋਸਿਲ ਕਹਿੰਦੇ ਆ, ਪਥਰਾਟ ਕਹਿੰਦੇ ਆ। ਤੇ ਜਿਹੜਾ ਬਾਲਣ ਰਹਿੰਦ ਖੂੰਹਦ ਤੋਂ ਬਣਦਾ ਹੈਗਾ ਉਹਨੂੰ ਆਪਾਂ ਕਹਿੰਦੇ ਆ ਪਥਰਾਟ ਬਾਲਣ, ਫੋਸਿਲ ਫਿਊਲ। ਹੁਣ ਆਪਾਂ ਕੋਲੇ ਦੀ ਕਹਾਣੀ ਦੀ ਗੱਲ ਕਰਦੇ ਹਾਂ। ਲਗਭਗ 300 ਮਿਲੀਅਨ ਸਾਲ ਪਹਿਲਾਂ, ਜਿਹਨੂੰ ਆਪਾਂ ਕਹਿੰਦੇ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਹੈ, ਉਹੀ ਕਹਾਣੀ ਇਹਦੇ ਨਾਲ ਵਾਪਰੀ ਹੈ ਵੀ ਕੁਦਰਤੀ ਘਟਨਾਵਾਂ ਹੋਈਆਂ। ਕੁਝ ਦਰਖਤ ਆਪਾਂ ਕਿਰਿਆ ਨਾਲ ਆਪਾਂ ਕਿਰਿਆ ਵੀ ਕਰਦੇ ਹਾਂ। ਕੁਦਰਤੀ ਘਟਨਾਵਾਂ ਹੋਈਆਂ ਵੀ ਜੀਵ ਜੰਤੂ, ਜਾਨਵਰ, ਕੁਝ ਦਰਖਤ ਹੋ ਗਏ ਜਾਂ ਕੁਝ ਸਾਰੇ ਜੀਵ ਜੰਤੂ, ਪੌਦੇ, ਮਨੁੱਖ, ਲੱਕੜ ਦੀਆਂ ਵਸਤਾਂ ਸਾਰੀਆਂ ਕੀ ਆ ਧਰਤੀ ਦੇ ਹੇਠਾਂ ਦੱਬੀਆਂ ਗਈਆਂ। ਹੜ੍ਹ ਵੀ ਆਏ। ਹੜ੍ਹ ਦੇ ਆਉਣ ਨਾਲ ਉੱਤੇ ਮਿੱਟੀ ਦੀਆਂ ਪਰਤਾਂ ਜੰਮੀ ਗਈਆਂ, ਉਹਦੇ ਉੱਤੇ ਮਿੱਟੀ ਦੀਆਂ ਪਰਤਾਂ ਜੰਮ ਗਈਆਂ। ਉਹਦੇ ਨਾਲ ਕੀ ਹੋਇਆ, ਹੌਲੀ ਹੌਲੀ ਇੱਕ ਇਹ ਉੱਚ ਤਾਪਮਾਨ, ਉੱਚ ਦਬਾਅ ਤੇ ਬੈਕਟੀਰੀਆ ਦੀ ਕਿਰਿਆ ਨਾਲ ਇਹ ਕੋਲੇ ਦੇ ਵਿੱਚ ਪਥਰਾਟ ਬਾਲਣ ਦੇ ਵਿੱਚ ਬਦਲ ਗਏ। ਜਿਹੜੇ ਵੱਡੇ ਦਰਖਤ ਸੀਗੇ ਉਹ ਬਦਲੇ ਕੋਲੇ ਦੇ ਵਿੱਚ, ਤੇ ਜਿਹੜੇ ਛੋਟੇ ਦਰਖਤ ਸੀਗੇ ਉਹ ਬਦਲੇ ਆ ਕੁਦਰਤੀ ਗੈਸ ਤੇ ਪੈਟਰੋਲ ਦੇ ਵਿੱਚ। ਜਦੋਂ ਬਦਲਣ ਤੋਂ ਬਾਅਦ ਇਹ ਉੱਚ ਤਾਪਮਾਨ, ਉੱਚ ਦਬਾਅ ਤੇ ਬੈਕਟੀਰੀਆ ਦੀ ਕਿਰਿਆ ਹੋਣ ਤੋਂ ਬਾਅਦ ਇਹ ਲਗਭਗ ਆਪਣੇ ਕੋਲੇ ਇਸ ਤਰ੍ਹਾਂ ਕੋਲੇ ਦੀ ਸ਼ਕਲ ਵਿੱਚ ਆਪਣੇ ਕੋਲੇ ਸਾਹਮਣੇ ਆਇਆ। ਹੁਣ ਜੇ ਆਪਾਂ ਗੱਲ ਕਰੀਏ ਵੀ ਕੋਲੇ ਦੀ ਤਾਪ ਇਕਾਈ, ਕੋਲੇ ਦੀ ਤਾਪ ਮਾਪਣ ਲਈ ਆਪਾਂ BTU ਦੀ ਵਰਤੋਂ ਕਰਦੇ ਹਾਂ, ਬ੍ਰਿਟਿਸ਼ ਤਾਪ ਇਕਾਈ। ਬ੍ਰਿਟਿਸ਼ ਤਾਪ ਇਕਾਈ ਹੁੰਦੀ ਕੀ ਹੈ? ਬ੍ਰਿਟਿਸ਼ ਤਾਪ ਇਕਾਈ ਤਾਪ ਦੀ ਉਹ ਮਾਤਰਾ ਹੈ ਜੋ 1 ਪੌਂਡ ਪਾਣੀ ਦਾ ਤਾਪਮਾਨ 1 ਡਿਗਰੀ ਫਾਰਨਹੀਟ ਵਧਾਉਣ ਲਈ ਜਿੰਨਾ ਤਾਪ ਚਾਹੀਦਾ ਆਪਾਂ ਨੂੰ, ਉਹਨੂੰ ਆਪਾਂ ਕਹਿੰਦੇ BTU, ਬ੍ਰਿਟਿਸ਼ ਤਾਪ ਯੂਨਿਟ। ਇਹ ਤੁਹਾਨੂੰ ਸਮਝ ਆ ਹੀ ਗਿਆ ਹੋਵੇਗਾ, ਇਹ ਹੈ ਕੋਲੇ ਦਾ ਰੂਪ। ਸੋ ਬੱਚਿਓ, ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਇੱਕ ਕੋਲੇ ਦਾ ਟੁਕੜਾ ਰੱਖਿਆ ਹੋਇਆ ਹੈ। ਤੁਸੀਂ ਵੀ ਬੱਚਿਓ ਬਹੁਤ ਵਾਰੀ ਕੋਲਾ ਵੇਖਿਆ ਹੋਵੇਗਾ। ਹੋ ਸਕਦਾ ਉਹ ਬਿਲਕੁਲ ਇਸੇ ਤਰ੍ਹਾਂ ਦਾ ਹੋਵੇ ਜਾਂ ਥੋੜੇ ਫਰਕ ਦੇ ਵਿੱਚ ਹੋਵੇ। ਕੋਲੇ ਦੀਆਂ ਆਮ ਤੌਰ ਤੇ ਮੁੱਖ 4 ਕਿਸਮਾਂ ਹੁੰਦੀਆਂ ਹਨ। ਨੰਬਰ 1 ਪੀਟ, ਨੰਬਰ 2 ਲਿਗਨਾਈਟ, ਨੰਬਰ 3 ਬਿਟੂਮਨੀ, ਨੰਬਰ 4 ਐਂਥਰਾਸਾਈਟ। ਬੱਚਿਓ, ਇਹ ਅਲੱਗ-ਅਲੱਗ ਕਿਸਮਾਂ ਕੋਲੇ ਵਿੱਚ ਕਾਰਬਨ ਦੀ ਮਾਤਰਾ ਦੇ ਆਧਾਰ ਤੇ ਵਰਗੀਕਰਨ ਕੀਤੀਆਂ ਹੋਈਆਂ ਹਨ। ਇਹਨਾਂ ਸਾਰੀਆਂ ਕਿਸਮਾਂ ਦੇ ਵਿੱਚੋਂ ਜੋ ਸਭ ਤੋਂ ਮਹੱਤਵਪੂਰਨ ਅਤੇ ਉਪਯੋਗੀ ਕਿਸਮ ਹੈ ਉਹ ਹੈ ਐਂਥਰਾਸਾਈਟ, ਜੋ ਕਿ ਲਗਭਗ 98% ਕਾਰਬਨ ਦਾ ਰੂਪ ਹੁੰਦਾ ਹੈ। ਤਾਂ ਜੋ ਕਿ ਇੱਕ ਪਿਓਰ ਕੋਲਾ, ਜਿਸ ਨੂੰ ਆਪਾਂ ਸ਼ੁੱਧ ਕੋਲਾ ਵੀ ਕਹਿ ਸਕਦੇ ਹਾਂ, ਉਹ ਹੈ ਐਂਥਰਾਸਾਈਟ। ਤੁਸੀਂ ਹੁਣ ਦੇਖ ਹੀ ਲਿਆ ਵੀ ਸਾਨੂੰ ਦੱਸਿਆ ਕੋਲੇ ਦੀਆਂ 4 ਕਿਸਮਾਂ ਹੁੰਦੀਆਂ ਹਨ। ਪਰ ਇਹ ਕੋਲੇ ਤੋਂ ਜਿਹੜਾ ਕੱਚਾ ਕੋਲਾ ਦੇਖ ਰਹੇ ਹਾਂ ਆਪਾਂ, ਇਹ ਤੋਂ ਵੀ ਬਹੁਤ ਕੁਝ ਪ੍ਰੋਡਕਟ ਪ੍ਰਾਪਤ ਕੀਤੇ ਜਾਂਦੇ, ਉਤਪਾਦ ਪ੍ਰਾਪਤ ਕੀਤੇ ਜਾਂਦੇ ਹਨ। ਉਹ ਵਿਧੀ ਹੈ ਡਿਸਟਰਕਟਿਵ ਡਿਸਟਿਲੇਸ਼ਨ, ਵਿਨਾਸ਼ਕ
ਕਸੀਦਕਾਰੀ। ਇਹਦੇ ਵਿੱਚ ਹੁੰਦਾ ਕੀ ਹੈ, ਇਹਦੇ 'ਚ ਆਪਾਂ ਲੈਬੋਰਟਰੀ ਦੇਖੀ ਤਾਂ ਆਪਾਂ ਇਸ ਤਰ੍ਹਾਂ ਪ੍ਰਿੰਟ ਸੈੱਟ ਕਰ ਸਕਦੇ ਹਾਂ। ਇਹਦੇ 'ਚ ਇਹ ਟੈਸਟ ਟਿਊਬ ਲਈ ਵੀ ਹੈ, ਟੈਸਟ ਟਿਊਬ ਤੇ ਆਪਾਂ ਕਾਰਕ ਨਾਲ ਫਿੱਟ, ਇੱਕ ਆਪਾਂ ਨਿਕਾਸ ਨਾਲ ਫਿੱਟ ਕੀਤੀ ਵੀ ਹੈ, ਤੇ ਦੂਜੀ ਆ ਗੈਸ ਬਾਹਰ ਕੱਢਣ ਲਈ ਇੱਕ ਵਾਰ ਨਿਕਾਸ ਨਾਲ ਲਈ ਵੀ ਹੈ। ਜਦੋਂ ਕੋਲੇ ਨੂੰ ਬੰਦ ਰਿਟਾਰਡਾਂ ਵਿੱਚ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਤਪਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕੋਲੇ ਤੋਂ ਹੋਰ ਉਤਪਾਦ ਪੈਦਾ ਹੁੰਦੇ ਆ, ਜਿਵੇਂ ਕੋਕ, ਕੋਲ ਤਾਰ, ਕੋਲ ਗੈਸ ਆਦਿ। ਇਹ ਸਾਰੇ ਉਤਪਾਦ ਹੀ ਫਾਇਦੇਮੰਦ ਹੁੰਦੇ ਹਨ, ਉਹਨਾਂ ਦੇ ਅਲੱਗ-ਅਲੱਗ ਯੂਜ਼ ਹੁੰਦੇ ਆ ਜੋ ਆਪਾਂ ਇਸੇ ਦੇ ਵਿੱਚ ਆਪਾਂ ਡਿਸਕਸ ਵੀ ਕਰਾਂਗੇ। ਹੁਣ ਤੁਹਾਡੇ ਨਾਲ ਸਾਰਾ ਪਹਿਲਾਂ ਕੋਕ ਬਾਰੇ ਡਿਸਕਸ ਕਰਾਂਗੇ। ਦੇਖੋ ਬੱਚਿਓ, ਜਿਵੇਂ ਤੁਹਾਨੂੰ ਅਸੀਂ ਇੱਕ ਆਪਰੇਟਸ ਦੇ ਨਾਲ ਦੱਸਿਆ ਸੀ ਕਿ ਕਿੱਦਾਂ ਕੋਲੇ ਤੋਂ ਆਪਾਂ ਅਲੱਗ-ਅਲੱਗ ਉਤਪਾਦ ਪ੍ਰਾਪਤ ਕਰ ਸਕਦੇ ਹਾਂ, ਉਹਨਾਂ ਵਿੱਚੋਂ ਹੀ ਇੱਕ ਉਤਪਾਦ ਆਪਣੇ ਕੋਲ ਹੈ ਕੋਕ। ਕੋਕ ਇੱਕ ਚਮਕਦਾਰ, ਮੁਲਾਇਮ, ਕਾਲੇ ਰੰਗ ਦਾ ਪਦਾਰਥ ਹੁੰਦਾ ਹੈ। ਇਸ ਦੀ ਵਰਤੋਂ ਵੱਖ-ਵੱਖ ਉਦਯੋਗਿਕ ਖੇਤਰਾਂ ਦੇ ਵਿੱਚ ਊਰਜਾ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਦੂਸਰਾ ਹੈ ਕੋਲ ਤਾਰ, ਜਿਸ ਨੂੰ ਆਮ ਭਾਸ਼ਾ ਵਿੱਚ ਲੁੱਕ ਵੀ ਕਿਹਾ ਜਾਂਦਾ ਹੈ। ਬੱਚੋ ਤੁਸੀਂ ਲੋਕਾਂ ਆਮ ਦੇਖੀ ਹੋਊਗੀ ਸੜਕਾਂ ਤੇ ਲੁੱਕ ਪੈਂਦੀ ਹੈ। ਪੁਰਾਣੇ ਸਮਿਆਂ 'ਚ ਛੱਤਾਂ ਤੇ ਵੀ ਲੁੱਕ ਪਾਉਂਦੇ ਸੀ, ਲੁੱਕ ਪਾ ਕੇ ਉਹਦੇ ਉੱਤੋਂ ਦੀ ਫਿਰ ਮਿੱਟੀ ਪਾਉਂਦੇ ਸੀ, ਦੇਖੀ ਹੋਊਗੀ ਆਮ। ਲਗਭਗ ਕਾਲੇ ਰੰਗ ਦਾ ਪਦਾਰਥ ਹੁੰਦਾ ਹੈਗਾ, ਭੈੜੀ ਜਿਹੀ ਸੁਗੰਧ ਹੁੰਦੀ ਹੈ ਉਹਦੀ। ਲਗਭਗ 200 ਪਦਾਰਥਾਂ ਦਾ ਮਿਸ਼ਰਣ ਹੁੰਦਾ ਇਹਦੇ ਵਿੱਚ। ਇਹਦੀ ਵਰਤੋਂ ਛੱਤਾਂ ਦੇ ਨਿਰਮਾਣ, ਸੜਕਾਂ ਦੇ ਨਿਰਮਾਣ, ਪਲਾਸਟਿਕ ਪੇਂਟ ਵਗੈਰਾ ਹੋ ਗਿਆ, ਜਾਂ ਨੈਫਥਲੀਨ ਦੀਆਂ ਬਾਲਸ ਹੋ ਗਈਆਂ, ਜਾਂ ਹੋਰ ਵੀ ਕੋਈ ਬਹੁਤ ਉਤਪਾਦ ਹੁੰਦੇ ਆ ਜਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਦਵਾਈਆਂ ਹੋ ਗਈਆਂ, ਸਨਸਲਿਸਟ ਰਬੜ ਹੋ ਗਈ ਆ, ਤੇ ਸਨਸਲਿਸਟ ਕਲਰ ਹੋ ਗਏ ਆ, ਕਾਫੀ ਜਗ੍ਹਾ ਤੇ ਇਹਦੀ ਵਰਤੋਂ ਕੀਤੀ ਜਾ ਸਕਦੀ ਹੈ। ਤੀਜੀ ਆਪਣੇ ਕੋਲੇ ਜੋ ਉਪਜ ਹੈ ਉਹ ਹੈ ਕੋਲ ਗੈਸ। ਕਿਉਂਕਿ ਗੈਸ ਸ਼ਬਦ ਤੋਂ ਹੀ ਆਪਾਂ ਸਮਝ ਸਕਦੇ ਹਾਂ ਕਿ ਜਿਵੇਂ ਤੁਹਾਨੂੰ ਅਸੀਂ ਆਪਰੇਟਸ ਦੇ ਰਾਹੀਂ ਦੱਸਿਆ ਸੀ, ਕੋਲੇ ਦੀ ਕਸ਼ੀਦਕਾਰੀ ਦੇ ਦੌਰਾਨ ਜਦੋਂ ਆਪਾਂ ਕੋਲੇ ਨੂੰ ਗਰਮ ਕਰਦੇ ਹਾਂ ਤਾਂ ਉਸ ਸਮੇਂ ਆਪਣੇ ਕੋਲੇ ਕੋਲ ਗੈਸ ਪੈਦਾ ਹੁੰਦੀ ਹੈ। ਕੋਲ ਗੈਸ ਦੀ ਵਰਤੋਂ ਆਮ ਤੌਰ ਤੇ ਉਦਯੋਗਾਂ ਦੇ ਵਿੱਚ ਗਰਮੀ ਪੈਦਾ ਕਰਨ ਦੇ ਲਈ ਕੀਤੀ ਜਾਂਦੀ ਹੈ। ਪਿਆਰੇ ਬੱਚਿਓ, ਹੁਣ ਤੱਕ ਅਸੀਂ ਕੋਲੇ ਦੇ ਨਿਰਮਾਣ, ਇਸ ਤੋਂ ਪ੍ਰਾਪਤ ਉਪਜਾਂ ਅਤੇ ਇਹਨਾਂ ਦੇ ਉਪਯੋਗ ਬਾਰੇ ਜਾਣ ਚੁੱਕੇ ਹਾਂ। ਹੁਣ ਅਸੀਂ ਹੋਰ ਇੱਕ ਪਥਰਾਟ ਬਾਲਣ ਪੈਟਰੋਲੀਅਮ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪੈਟਰੋਲੀਅਮ ਸ਼ਬਦ ਦੋ ਸ਼ਬਦਾਂ ਦੇ ਮੇਲ ਪੈਟਰੋ ਅਤੇ ਓਲੀਅਮ ਤੋਂ ਮਿਲ ਕੇ ਬਣਿਆ ਹੈ। ਪੈਟਰੋ ਦਾ ਅਰਥ ਹੈ ਚਟਾਨਾਂ ਅਤੇ ਓਲੀਅਮ ਦਾ ਅਰਥ ਹੈ ਤੇਲ, ਭਾਵ ਆਇਲ। ਇਸ ਤਰ੍ਹਾਂ ਪੈਟਰੋਲੀਅਮ ਚਟਾਨਾਂ ਤੋਂ ਪ੍ਰਾਪਤ ਤੇਲ ਨੂੰ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਪੈਟਰੋਲੀਅਮ ਵੀ ਇੱਕ ਪਥਰਾਟ ਬਾਲਣ ਹੀ ਹੈ। ਜਿਵੇਂ ਤੁਹਾਨੂੰ ਪਹਿਲਾਂ ਕਿਰਿਆ ਤੁਸੀਂ ਦੇਖੀ ਹੋਵੇਗੀ, ਇਹ ਮਾਡਲ ਦੇਖਦੇ ਸਾਰ ਤੁਹਾਡੇ ਚੇਤੇ ਆ ਗਿਆ ਹੋਵੇਗਾ ਵੀ ਕੋਲੇ ਦਾ ਨਿਰਮਾਣ ਕਿਵੇਂ ਹੋਇਆ ਸੀ। ਬਿਲਕੁਲ ਸੇਮ ਪ੍ਰੋਸੈਸ ਹੀ ਪੈਟਰੋਲੀਅਮ ਦੇ ਨਿਰਮਾਣ ਲਈ ਆ ਜਾਂਦੀ ਹੈ। ਇਹਦੇ ਵਿੱਚ ਵੀ ਉਸੇ ਤਰ੍ਹਾਂ ਹੀ ਹਜ਼ਾਰਾਂ ਸਾਲ ਪਹਿਲਾਂ ਜਿਵੇਂ ਗੱਲ ਕਰਦੇ ਹਾਂ, 300 ਮਿਲੀਅਨ ਸਾਲ ਪਹਿਲਾਂ ਕੁਦਰਤੀ ਘਟਨਾਵਾਂ ਦਾ ਵਰਤਾਰਾ ਜਦੋਂ ਵਾਪਰਦਾ, ਤੂਫਾਨ ਆਉਂਦੇ ਆ, ਹੜ੍ਹ ਆਉਂਦੇ ਆ, ਜਿਹੜੇ ਜੀਵ ਜੰਤੂ ਆ ਉਹ ਕੀ ਆ, ਧਰਤੀ ਹੇਠਾਂ ਦੱਬੇ ਗਏ। ਧਰਤੀ ਹੇਠਾਂ ਦੱਬੇ ਜਾਣ ਤੋਂ ਬਾਅਦ ਕੀ ਹੋਇਆ, ਇਹ ਥੱਲੇ ਪਰਤ ਦੇ ਪਰ ਜੰਮਦੇ ਗਏ। ਉੱਚ ਤਾਪਮਾਨ, ਉੱਚ ਦਬਾਅ ਅਤੇ ਬੈਕਟੀਰੀਆ ਦੀ ਕਿਰਿਆ ਦੇ ਨਾਲ ਇਹ ਕੀ ਹੈ, ਇੱਕ ਪਥਰਾਟ ਬਾਲਣ ਦੇ ਰੂਪ ਵਿੱਚ ਵਿਕਸਿਤ ਹੋ ਗਏ। ਪਥਰਾਟ ਬਾਲਣ ਦੇ ਰੂਪ ਜਿਹੜੇ ਵੱਡੇ ਦਰਖਤ ਸੀ, ਜਿਵੇਂ ਪਹਿਲਾਂ ਦੱਸਿਆ ਸੀ, ਕੋਲੇ ਰੂਪ ਧਾਰਨ ਕਰਕੇ, ਜਿਹੜੇ ਕਿ ਛੋਟੇ ਦਰਖਤ ਅਤੇ ਛੋਟੇ ਜੀਵ ਜੰਤੂ ਸਨ, ਉਹ ਕੀ ਹੋਇਆ, ਉਹਨਾਂ ਨੇ ਨਿਰਮਾਣ ਕੀਤਾ ਤੇਲ ਦਾ। ਤੇਲ ਦਾ ਨਿਰਮਾਣ ਹੋਇਆ ਤਾਂ ਉਹਦੇ ਲਈ ਤੁਹਾਨੂੰ ਮੈਂ ਛੋਟਾ ਜਿਹਾ ਮਾਡਲ ਪੇਸ਼ ਕਰਨ ਜਾ ਰਿਹਾ ਹਾਂ। ਤੇਲ ਦਾ ਨਿਰਮਾਣ ਹੋਣ ਲਈ ਕੀ ਸੀਗਾ, ਤੁਸੀਂ ਦੇਖ ਰਹੇ ਹੋ ਉਸ ਮਾਡਲ ਦੇ ਵਿੱਚ ਥੱਲੇ ਚਟਾਨ ਦਿਖਾਈ ਗਈ ਹੈ, ਉਹਦੇ ਉੱਪਰ ਕੀ ਦੇਖ ਰਹੇ ਹੋ, ਤੁਸੀਂ ਪਾਣੀ ਦੇਖ ਰਹੇ ਹੋ। ਪਾਣੀ ਦੇ ਉੱਪਰ ਕੀ ਹੈ, ਜੋ ਕਿ ਫੋਸਿਲ ਯਾਨੀ ਪਥਰਾਟ ਦੱਬੇ ਗਏ ਸੀ, ਉਹ ਜ਼ਿਆਦਾ ਉੱਚ ਦਬਾਅ ਤੇ ਤਾਪਮਾਨ ਨਪੀੜਨ ਤੇ ਹੋਣ ਤੋਂ ਬਾਅਦ ਉਹ ਕਾਜ ਬਦਲ ਗਿਆ, ਪੈਟਰੋਲੀਅਮ ਦੇ ਵਿੱਚ ਬਦਲ ਗਿਆ, ਜਿਹਨੂੰ ਆਪਾਂ ਕੱਚਾ ਤੇਲ ਵੀ ਕਹਿ ਸਕਦੇ ਹਾਂ। ਇਹਦੇ ਉੱਪਰ ਜੋ ਲੇਅਰ ਤੁਸੀਂ ਦੇਖ ਰਹੇ ਹੋ, ਇੱਥੇ ਕੀ ਹੈ, ਕੁਦਰਤੀ ਗੈਸ। ਕੁਦਰਤੀ ਗੈਸ
ਇਹ ਸਾਰਾ ਕੁਝ ਧਰਤੀ ਦੇ ਅੰਦਰ ਹੀ ਹੈ। ਇਹਨੂੰ ਬਾਹਰ ਕੱਢਣ ਲਈ ਫਿਰ ਤੇਲ ਦੇ ਖੂਹ ਪੁੱਟੇ ਜਾਂਦੇ ਆ, ਮਾਈਨਿੰਗ ਕੀਤੀ ਜਾਂਦੀ ਹੈ। ਮਾਈਨਿੰਗ ਕਰਨ ਨਾਲ ਕੀ ਹੁੰਦਾ ਹੈਗਾ, ਜੋ ਕੱਚਾ ਤੇਲ ਆ ਉਹਨੂੰ ਬਾਹਰ ਕੱਢ ਲਿਆ ਜਾਂਦਾ ਹੈ। ਬੱਚਿਓ, ਹੁਣ ਆਪਾਂ ਜਾਣ ਚੁੱਕੇ ਹਾਂ ਕਿ ਜੋ ਅਸੀਂ ਕੱਚਾ ਤੇਲ ਪ੍ਰਾਪਤ ਕੀਤਾ ਹੈ ਉਹ ਇੱਕ ਪਥਰਾਟ ਬਾਲਣ ਹੈ, ਜੋ ਕਿ ਲੰਬਾ ਸਮਾਂ ਪੁਰਾਣੇ ਬਹੁਤ ਸਾਲਾਂ ਤੋਂ ਚੱਲੇ ਆ ਰਹੇ ਲੰਬੇ ਪ੍ਰੋਸੈਸ ਕਾਰਨ ਬਣਿਆ ਹੈ। ਬੱਚਿਓ, ਇਸ ਕੱਚੇ ਤੇਲ ਦਾ ਉਪਯੋਗ ਬਹੁਤ ਸਾਰੇ ਉਦਯੋਗਾਂ, ਇੰਡਸਟਰੀ ਅਤੇ ਵਹੀਕਲਾਂ ਵਿੱਚ ਕੀਤਾ ਜਾਂਦਾ ਹੈ, ਪਰ ਅਸੀਂ ਧਰਤੀ ਹੇਠੋਂ ਪ੍ਰਾਪਤ ਸਿੱਧੇ ਤੌਰ ਤੇ ਕੱਚੇ ਤੇਲ ਨੂੰ ਨਹੀਂ ਵਰਤ ਸਕਦੇ। ਇਸ ਤੋਂ ਪਹਿਲਾਂ ਇਸ ਦੀਆਂ ਅਲੱਗ-ਅਲੱਗ ਉਪਜਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਭਾਵ ਇਸ ਦੀ ਸਫਾਈ ਕੀਤੀ ਜਾਂਦੀ ਹੈ। ਪੈਟਰੋਲੀਅਮ ਨੂੰ ਸ਼ੁੱਧ ਕਰਨ ਦੀ ਵਿਧੀ ਨੂੰ ਫ੍ਰੈਕਸ਼ਨਲ ਡਿਸਟਿਲੇਸ਼ਨ ਭਾਵ ਅੰਸ਼ਕ ਕਸ਼ੀਦਕਾਰੀ ਕਹਿੰਦੇ ਹਨ। ਇਸ ਵਿੱਚ ਵੱਡੇ ਕਾਰਖਾਨਿਆਂ ਦੇ ਵਿੱਚ ਪੈਟਰੋਲੀਅਮ ਨੂੰ ਸ਼ੁੱਧ ਕੀਤਾ ਜਾਂਦਾ ਹੈ। ਇਸ ਨੂੰ ਦਿਖਾਉਣ ਲਈ ਅਸੀਂ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਹੈ, ਜਿਸ ਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਹਾਂ। ਤੁਸੀਂ ਬੱਚਿਓ ਕੀ ਵੇਖ ਰਹੇ ਹੋ, ਇਧਰਲੀ ਸਾਈਡ ਦੇ ਵਿੱਚੋਂ ਜੋ ਇੱਕ ਇੱਥੇ ਪਾਈਪਾਂ ਲੱਗੀਆਂ ਹੋਈਆਂ ਹਨ, ਇਹਨਾਂ ਪਾਈਪਾਂ ਦੇ ਰਾਹੀਂ ਕੱਚਾ ਤੇਲ, ਜਿਸ ਨੂੰ ਕਿ ਉੱਚ ਤਾਪਮਾਨ ਉੱਤੇ ਗਰਮ ਕਰਕੇ ਜਲ ਵਾਸ਼ਪਾਂ ਦੇ ਰੂਪ ਵਿੱਚ, ਭਾਫ਼ ਦੇ ਰੂਪ ਵਿੱਚ ਚੈਂਬਰਾਂ ਵਿੱਚ ਦੀ ਲੰਘਾਇਆ ਜਾਂਦਾ ਹੈ। ਕਿਉਂਕਿ ਉੱਚ ਤਾਪਮਾਨ ਤੋਂ ਚੈਂਬਰਾਂ ਵਿੱਚ ਲੰਘਦੇ ਹੋਏ ਤਾਪਮਾਨ ਘਟਦਾ ਜਾਂਦਾ ਹੈ, ਤਾਂ ਵੱਖ-ਵੱਖ ਤਾਪਮਾਨਾਂ ਉੱਤੇ ਪੈਟਰੋਲੀਅਮ ਦੇ ਵੱਖ-ਵੱਖ ਉਪਜਾਂ ਵੱਖ-ਵੱਖ ਚੈਂਬਰਾਂ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਵੇਖ ਸਕਦੇ ਹੋ ਲਗਭਗ 400 ਡਿਗਰੀ ਟੈਂਪਰੇਚਰ ਦੇ ਉੱਤੇ ਪੈਟਰੋਲੀਅਮ ਦੀ ਪਹਿਲੀ ਉਪਜ, ਜਿਸ ਨੂੰ ਕਿ ਆਪਾਂ ਈਂਧਨ ਆਇਲ ਕਹਿੰਦੇ ਹਾਂ, ਉਹ ਪ੍ਰਾਪਤ ਹੁੰਦੀ ਹੈ। ਇਸ ਤੋਂ ਬਾਅਦ ਜਿਵੇਂ-ਜਿਵੇਂ ਤਾਪਮਾਨ ਘਟਦਾ ਜਾਂਦਾ ਹੈ, ਲਗਭਗ 350 ਡਿਗਰੀ ਤਾਪਮਾਨ ਉੱਤੇ ਸਾਡੇ ਕੋਲ ਇੱਕ ਨਵੀਂ ਉਪਜ ਮਿਲਦੀ ਹੈ, ਜਿਸ ਨੂੰ ਕਿ ਅਸੀਂ ਡੀਜ਼ਲ ਕਹਿੰਦੇ ਹਾਂ, ਜੋ ਕਿ ਇਸ ਤਰ੍ਹਾਂ ਦਿਖਾਈ ਦਿੰਦਾ ਹੈ। ਜਿਵੇਂ-ਜਿਵੇਂ ਹੋਰ ਤਾਪਮਾਨ ਘਟਦਾ ਜਾਂਦਾ ਹੈ, ਲਗਭਗ 200 ਡਿਗਰੀ ਤਾਪਮਾਨ ਦੇ ਉੱਪਰ ਸਾਨੂੰ ਇੱਕ ਹੋਰ ਤੀਸਰੀ ਉਪਜ ਪ੍ਰਾਪਤ ਹੁੰਦੀ ਹੈ, ਜਿਸ ਨੂੰ ਕਿ ਅਸੀਂ ਮਿੱਟੀ ਦੇ ਤੇਲ ਦੇ ਨਾਮ ਨਾਲ ਜਾਣਦੇ ਹਾਂ। ਤੁਸੀਂ ਬੱਚੇ ਸਾਰਿਆਂ ਨੇ ਮਿੱਟੀ ਦਾ ਤੇਲ ਦੇਖਿਆ ਹੋਵੇਗਾ, ਇਦਾਂ ਦਾ ਹੁੰਦਾਗਾ, ਤਾਂ ਉਹ ਲਗਭਗ 200 ਡਿਗਰੀ ਟੈਂਪਰੇਚਰ ਤੇ ਆਪਾਂ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ-ਜਿਵੇਂ ਜਲ ਵਾਸ਼ਪ ਉੱਪਰ ਜਾਂਦੇ ਹਨ, ਤਾਪਮਾਨ ਹੋਰ ਘਟਦਾ ਜਾਂਦਾ ਹੈ। ਲਗਭਗ 40 ਡਿਗਰੀ ਤੋਂ ਲੈ ਕੇ 170 ਡਿਗਰੀ ਤਾਪਮਾਨ ਦੇ ਵਿਚਕਾਰ ਜੋ ਸਾਨੂੰ ਉਪਜ ਪ੍ਰਾਪਤ ਹੁੰਦੀ ਹੈ, ਉਸ ਨੂੰ ਅਸੀਂ ਪੈਟਰੋਲ ਕਹਿੰਦੇ ਹਾਂ। ਤੁਸੀਂ ਵੇਖ ਸਕਦੇ ਹੋ ਪੈਟਰੋਲ ਆਪਣੇ ਕੋਲ ਏਦਾਂ ਦਾ ਹੁੰਦਾ, ਇੱਥੇ ਚੈਂਬਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇਕੱਠਾ ਹੋਇਆ ਵਾ। 40 ਡਿਗਰੀ ਤੋਂ ਹੇਠਾਂ ਤਾਪਮਾਨ ਉੱਤੇ ਜੋ ਜਲ ਵਾਸ਼ਪ ਹੁੰਦੇ ਹਨ, ਉਹ ਗੈਸ ਦੇ ਰੂਪ ਵਿੱਚ ਹੁੰਦੇ ਹਨ, ਜਿਸ ਨੂੰ ਕਿ ਪੈਟਰੋਲੀਅਮ ਗੈਸ ਕਿਹਾ ਜਾਂਦਾ ਹੈ। ਸੋ ਬੱਚਿਓ, ਤੁਸੀਂ ਇੱਕ ਆਪਾਂ ਅੰਸ਼ਕ ਸ਼ੀਤਲ ਵਿਧੀ ਦਾ ਇੱਕ ਮਾਡਲ ਦਿਖਾਇਆ ਹੈ। ਉਸ ਵਿੱਚ ਮੈਂ ਤੁਹਾਨੂੰ ਫੇਰ ਰਿਪੀਟ ਕਰਕੇ ਦੱਸਦਾ ਹਾਂ ਕਿ ਕੱਚਾ ਤੇਲ ਅੰਦਰ ਜਲ ਵਾਸ਼ਪਾਂ ਦੇ ਰੂਪ ਵਿੱਚ ਜਾਂਦਾ ਹੈ ਉੱਚ ਤਾਪਮਾਨ ਉੱਤੇ। ਜਿਵੇਂ-ਜਿਵੇਂ ਤਾਪਮਾਨ ਘਟਦਾ ਜਾਂਦਾ ਹੈ, ਉਵੇਂ-ਉਵੇਂ ਅਲੱਗ-ਅਲੱਗ ਤਾਪਮਾਨਾਂ ਉੱਤੇ ਪੈਟਰੋਲੀਅਮ ਦੀਆਂ ਅਲੱਗ-ਅਲੱਗ ਉਪਜਾਂ ਵੱਖ-ਵੱਖ ਹੁੰਦੀਆਂ ਜਾਂਦੀਆਂ ਹਨ। ਕਿਉਂਕਿ ਇਹਨਾਂ ਸਾਰੇ ਚੈਂਬਰਾਂ ਦੇ ਵਿੱਚ ਦੇਖਿਆ ਹੋਵੇਗਾ, ਇੱਥੇ ਇੱਕ ਨਿਕਾਸ ਨਲੀਆਂ ਲੱਗੀਆਂ ਹੁੰਦੀਆਂ, ਜਿੱਥੋਂ ਕਿ ਉਹ ਬਾਹਰ ਨਿਕਲਦੀ, ਉਪਜ ਬਾਹਰ ਨਿਕਲ ਜਾਂਦੀ ਹੈ। ਉਹ ਮਾਡਲ ਦੇ ਵਿੱਚ ਦਿਖਾ ਨਹੀਂ ਸਕੇ ਅਸੀਂ। ਹਰੇਕ ਜਗ੍ਹਾ ਤੇ ਕੀ ਜੋ ਚੈਂਬਰ 'ਚ ਕੰਮ ਹੁੰਦਾ ਹੈਗਾ, ਜੋ ਟਾਵਰ 'ਚ ਕੰਮ ਹੁੰਦਾ ਹੈਗਾ, ਜਿੱਥੇ-ਜਿੱਥੇ ਉਹ ਟੈਂਪਰੇਚਰ ਹੁੰਦਾ, ਉੱਥੇ ਸਾਈਡ ਤੇ ਇੱਕ ਨਿਕਾਸ ਲੱਗਿਆ ਹੁੰਦਾ ਹੈਗਾ, ਉੱਥੋਂ ਫਿਰ ਉਹ ਉਪਜ ਜਿਹੜੀ ਕਲੈਕਟ ਕੀਤੀ ਜਾਂਦੀ ਹੈ। ਤਾਂ ਬੱਚਿਓ, ਤੁਸੀਂ ਜਿਵੇਂ ਸਰ ਨੇ ਦੱਸਿਆ ਕਿ ਆਪਾਂ ਇਹਨਾਂ ਜੋ ਚੈਂਬਰਾਂ ਦੇ ਵਿੱਚ ਅਲੱਗ-ਅਲੱਗ ਉਪਜਾਂ ਇਕੱਠੀਆਂ ਹੋਈਆਂ ਹਨ, ਉਹਨਾਂ ਨੂੰ ਨਿਕਾਸ ਨਲੀਆਂ ਦੇ ਰਾਹੀਂ ਆਪਾਂ ਵੱਖ ਕਰ ਸਕਦੇ ਹਾਂ, ਜੋ ਕਿ ਬਾਅਦ ਵਿੱਚ ਅਲੱਗ-ਅਲੱਗ ਉਦਯੋਗਾਂ, ਫੈਕਟਰੀਆਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਅੱਛਾ ਬੱਚਿਓ, ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਇੱਥੇ ਚਾਹੁੰਦਾ ਹਾਂ ਕਿ ਜਦੋਂ ਇਹ ਜਲ ਵਾਸ਼ਪ ਉੱਚ ਤਾਪਮਾਨ ਤੋਂ ਲੰਘਦੇ ਹਨ, ਉੱਪਰ ਜਾ ਕੇ ਠੰਡੇ ਹੁੰਦੇ ਹਨ, ਤਾਂ ਇਹ ਉਪਜਾਂ ਅਲੱਗ-ਅਲੱਗ ਕਿਵੇਂ ਹੁੰਦੀਆਂ ਹਨ? ਕਿਉਂਕਿ ਕੱਚੇ ਤੇਲ ਵਿੱਚ ਜੋ ਅਲੱਗ-ਅਲੱਗ ਉਪਜਾਂ ਹਨ, ਉਹਨਾਂ ਸਭ ਦਾ ਉਬਾਲ ਦਰਜਾ ਵੱਖ-ਵੱਖ ਹੈ। ਜਦੋਂ ਉਸ ਤਾਪਮਾਨ ਤੱਕ ਜਲ ਵਾਸ਼ਪ ਪਹੁੰਚਦੇ ਹਨ ਠੰਡੇ ਹੁੰਦੇ ਹੋਏ, ਤਾਂ ਉਹ
ਜੋ ਉਪਜ ਹੈ ਉਹ ਵੱਖ ਹੋ ਜਾਂਦੀ ਹੈ, ਵੱਖ ਚੈਂਬਰ ਵਿੱਚ ਇਕੱਠੀ ਹੋ ਜਾਂਦੀ ਹੈ। ਤਾਂ ਤੁਸੀਂ ਦੇਖਿਆ ਥੱਲੇ ਆਪਣੇ ਕੋਲ ਇੰਧਨ ਆਇਲ ਹੈ, ਉਸ ਤੋਂ ਉੱਪਰ ਆਪਣੇ ਕੋਲੇ ਜੋ ਡੀਜ਼ਲ ਆ ਜਾਂਦਾ ਹੈ, ਫਿਰ ਆਪਣੇ ਕੋਲ ਮਿੱਟੀ ਦਾ ਤੇਲ ਆ ਜਾਂਦਾ ਹੈ, ਉਸ ਤੋਂ ਆਪਣੇ ਕੋਲ ਪੈਟਰੋਲ ਆ ਜਾਂਦਾ ਹੈ, ਉੱਪਰ ਆਪਣੇ ਕੋਲੇ ਬਿਲਕੁਲ ਗੈਸ ਹੈ ਜਿਸ ਨੂੰ ਆਪਾਂ ਪੈਟਰੋਲੀਅਮ ਗੈਸ ਕਹਿੰਦੇ ਹਾਂ। ਪਿਆਰੇ ਬੱਚੇ, ਹੁਣ ਆਪਾਂ ਦੇਖ ਹੀ ਲੈ ਚੈਂਬਰ, ਅਲੱਗ-ਅਲੱਗ ਚੈਂਬਰ 'ਚ ਆਪਾਂ ਅਲੱਗ-ਅਲੱਗ ਉਪਜ ਨੂੰ ਅਲੱਗ ਕਰ ਸਕਦੇ ਹਾਂ। ਹੁਣ ਆਪਾਂ ਇਹਨਾਂ ਦੀ ਗੱਲ ਕਰਨੀ ਵੀ ਉਪਯੋਗਾਂ ਬਾਰੇ, ਵੀ ਕਿੱਥੇ ਕਿੱਥੇ ਉਪਯੋਗ ਆਉਂਦੇ ਆ। ਆਪਾਂ ਸਟਾਰਟਿੰਗ ਨੂੰ ਚੱਲਦੇ ਹਾਂ। ਪਹਿਲੀ ਉਪਜ ਆਪਾਂ ਜੋ ਕਿ ਅਲੱਗ ਕੀਤੀ ਸੀ ਉਹ ਸੀ ਇੰਧਨ ਆਇਲ। ਇੰਧਨ ਆਇਲ ਦੀ ਵਰਤੋਂ ਕਿੱਥੇ ਕੀਤੀ ਤੁਸੀਂ ਸੋਚੋ ਜਰਾ, ਕਿੱਥੇ ਹੋ ਸਕਦੀ ਵਰਤੋਂ ਇਹਦੀ? ਹਾਂਜੀ ਬੱਚਿਓ, ਬਿਲਕੁਲ ਇਹਦੀ ਵਰਤੋਂ ਮੋਟਰਸਾਈਕਲਾਂ, ਕਾਰਾਂ, ਸਕੂਟਰਾਂ ਦੇ ਵਿੱਚ ਕੀਤੀ ਜਾਂਦੀ ਹੈ। ਕਿੱਥੇ ਕੀਤੀ ਜਾਂਦੀ ਹੈ? ਐਜ਼ ਅ ਇੰਧਨ ਆਇਲ ਦੀ ਵਰਤੋਂ ਲੁਬਰੀਕੈਂਟ ਦੇ ਤੌਰ ਤੇ ਕੀਤੀ ਜਾ ਸਕਦੀ ਹੈ, ਬ੍ਰੇਕ ਆਇਲ ਦੇ ਤੌਰ ਤੇ ਕੀਤੀ ਜਾ ਸਕਦੀ ਹੈ, ਉੱਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਅਗਲੀ ਉਪਜ ਜੋ ਆਪਾਂ ਦੇਖੀ ਸੀ ਉਹ ਸੀਗੀ ਡੀਜ਼ਲ। ਡੀਜ਼ਲ ਦੀ ਵਰਤੋਂ ਤੁਸੀਂ ਆਮ ਸੁਣਿਆ ਹੋਊ ਗੱਡੀ ਡੀਜ਼ਲ ਤੇ ਚੱਲਦੀ ਆ। ਹੁਣ ਤਾਂ ਜਿਹੜੇ ਆਪਾਂ ਰੇਲਵੇ ਇੰਜਨ ਪਹਿਲਾਂ ਕੋਲੇ ਵਾਲੇ ਦੇਖੇ ਸੀ, ਉਸ ਤੋਂ ਬਾਅਦ ਡੀਜ਼ਲ ਇੰਜਨ ਆਏ ਸੀਗੇ ਰੇਲ ਗੱਡੀਆਂ 'ਚ, ਟਰੱਕਾਂ 'ਚ, ਵੱਡੀਆਂ ਮੋਟਰ ਗੱਡੀਆਂ ਨੂੰ ਟਰੱਕ ਕਹਿੰਦੇ ਨੇ ਆਪਾਂ, ਬੱਸਾਂ 'ਚ, ਕਾਰਾਂ ਵੀ ਨਾਰਮਲੀ ਹੁਣ ਤਾਂ ਡੀਜ਼ਲ ਵਾਲੀਆਂ ਆ ਹੀ ਰਹੀਆਂ ਗਈਆਂ, ਉਹਨਾਂ ਸਾਰਿਆਂ 'ਚ ਡੀਜ਼ਲ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ। ਤੀਸਰੀ ਉਪਜ ਮਿੱਟੀ ਦਾ ਤੇਲ। ਪੁਰਾਣੇ ਸਮੇਂ ਵਿੱਚ ਸਟੋਵ ਹੁੰਦੇ ਸੀ ਘਰਾਂ ਦੇ ਵਿੱਚ, ਸਟੋਵ ਦੇ ਵਿੱਚ ਆਮ ਤੌਰ ਤੇ ਮਿੱਟੀ ਦੇ ਤੇਲ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਭੱਠੀਆਂ ਨੂੰ ਚਲਾਉਣ ਵਾਸਤੇ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਸੀ, ਪਰ ਹੁਣ ਭੱਠੀਆਂ ਆ ਰਹੀਆਂ, ਉਹ ਕੁਝ ਭੱਠੀਆਂ ਡੀਜ਼ਲ ਵਾਲੀਆਂ ਵੀ ਆ ਚੁੱਕੀਆਂ ਜੋ ਕਿ ਘਰਾਂ 'ਚ ਆਮ ਵਰਤੀਆਂ ਜਾਂਦੀਆਂ। ਤੁਸੀਂ ਦੇਖ ਲਓ ਰੰਗ ਵੀ ਇਹਨਾਂ ਨਾਮ ਨੋਟ ਕਰੀ ਚਲੋ। ਡੀਜ਼ਲ ਦਾ ਰੰਗ ਬਿਲਕੁਲ ਚਿੱਟਾ ਹੁੰਦਾ ਹੈ, ਇਹਦਾ ਰੰਗ ਥੋੜਾ ਨੀਲਾ ਹੁੰਦਾ, ਤੇ ਆਪ ਆਪਣੀ ਆ ਗਈ ਅਗਲੀ ਪੈਟਰੋਲ। ਪੈਟਰੋਲ ਸ਼ਬਦ ਨਾਲ ਅਸੀਂ ਆਮ ਹੀ ਵਾਕਿਫ ਹਾਂ। ਪੈਟਰੋਲ ਜੋ ਆਪਾਂ ਘਰੇ ਸਕੂਟਰ ਵਰਤਦੇ ਹਾਂ, ਮੋਟਰਸਾਈਕਲ ਵਰਤਦੇ ਹਾਂ, ਕਾਰਾਂ 'ਚ ਵੀ ਪੈਟਰੋਲ ਪੈਂਦਾ ਹੈਗਾ। ਇਹ ਆਮ ਤੌਰ ਤੇ ਇਸ ਨੂੰ ਆਪਾਂ ਕੀ ਮੋਟਰ ਵਹੀਕਲਾਂ ਦੇ ਤੌਰ ਵਿੱਚ ਆਪਾਂ ਯੂਜ਼ ਕਰਦੇ ਹਾਂ। ਸੋ ਬੱਚਿਓ, ਹੁਣ ਅਸੀਂ ਜਿਵੇਂ ਪੈਟਰੋਲੀਅਮ ਤੋਂ ਪ੍ਰਾਪਤ ਵੱਖ-ਵੱਖ ਉਪਜਾਂ ਦੀ ਗੱਲ ਕਰਕੇ ਹਟੇ ਹਾਂ। ਇਹਨਾਂ ਵਿੱਚੋਂ ਸਾਡੇ ਕੋਲ ਇੱਕ ਉਪਜ ਸਾਹਮਣੇ ਆਈ ਸੀ ਪੈਟਰੋਲ ਗੈਸ। ਬੱਚਿਓ, ਪੈਟਰੋਲ ਗੈਸ ਨੂੰ ਜਦੋਂ ਉੱਚ ਦਬਾਅ ਹੇਠ ਦਬਾਇਆ ਜਾਂਦਾ ਹੈ ਤਾਂ ਇਸ ਨੂੰ LPG ਦਾ ਨਾਮ ਦਿੱਤਾ ਜਾਂਦਾ ਹੈ। LPG ਜੋ ਕਿ ਤੁਸੀਂ ਘਰਾਂ ਦੇ ਵਿੱਚ ਸਿਲੰਡਰ ਵਰਤਦੇ ਆ, ਉਸ ਨੂੰ ਆਮ ਤੌਰ ਤੇ LPG ਸਿਲੰਡਰ ਦਾ ਨਾਮ ਦਿੱਤਾ ਜਾਂਦਾ ਹੈ। LPG ਦਾ ਪੂਰਾ ਨਾਮ ਲਿਕੁਫਾਈਡ ਪੈਟਰੋਲੀਅਮ ਗੈਸ ਭਾਵ ਦ੍ਰਵਿਤ ਪੈਟਰੋਲੀਅਮ ਗੈਸ ਹੈ। ਇੱਥੇ ਬੱਚੋ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਹਾਂ। ਸਰ ਨੇ ਕਿਹਾ ਵੀ ਆਪਾਂ ਦਬਾਉਨੇ ਆ ਤੇ ਉਹ ਲਿਕੁਇਡ 'ਚ ਬਦਲ ਜਾਂਦੀ ਆ। ਤੁਹਾਨੂੰ ਯਾਦ ਹੋਏਗਾ ਵੀ ਠੋਸ ਤੁਸੀਂ ਪੜਿਆ, ਤਰਲ ਪੜਿਆ ਬੱਚਾ ਨੇ ਕੀ ਹੁੰਦਾ ਹੈਗਾ, ਵੀ ਠੋਸ 'ਚ ਕੀ ਆ, ਪਾਰਟੀਕਲ ਕੋਲੇ ਕੋਲੇ ਪੈਕ ਹੁੰਦੇ ਆ ਤੇ ਦਰਵ ਥੋੜੇ ਦੂਰ ਹੁੰਦੇ ਆ, ਗੈਸਾਂ ਬਹੁਤ ਦੂਰ ਹੁੰਦੇ ਆ। ਮਤਲਬ ਇਹ 'ਚ ਜਦੋਂ ਆਪਾਂ ਦਬਾਉਣੇ ਆ ਤਾਂ ਕੀ ਹੁੰਦਾ, ਵੀ ਥੋੜਾ ਬੱਚਾ ਨੂੰ ਦੱਸ ਦਈਏ ਆਪਾਂ ਵੀ ਜਦੋਂ ਦਬਾਉਣ ਨਾਲ ਕੀ ਹੁੰਦਾ ਹੈਗਾ, ਉਹ ਜਿਹੜੇ ਪਾਰਟੀਕਲ ਆ ਥੋੜੇ ਕੋਲੇ ਆ ਜਾਂਦੇ ਆ। ਕੋਲੇ ਉਹਨਾਂ ਅਟਰੈਕਸ਼ਨ ਫੋਰਸ ਵੱਧ ਜਾਂਦੀ, ਜਿਸ ਕਰਕੇ ਉਹ ਦਰਵਿਤ ਅਵਸਥਾ 'ਚ ਕਨਵਰਟ ਹੋ ਜਾਂਦੇ ਆ। ਬੱਚੇ, ਤੁਹਾਡੀ ਜਾਣਕਾਰੀ ਲਈ ਮੈਂ ਇੱਕ ਹੋਰ ਵਾਧਾ ਕਰਨ ਵਾਸਤੇ ਦੱਸਣਾ ਚਾਹੁੰਦਾ ਹਾਂ। ਜੋ LPG ਗੈਸ ਹੈ, ਪੈਟਰੋਲੀਅਮ ਗੈਸ ਹੈ, ਇਸ ਦੀ ਆਪਣੀ ਕੋਈ ਵੀ ਸਮੈਲ ਨਹੀਂ ਹੁੰਦੀ। ਪਰ ਤੁਸੀਂ ਕਈ ਵਾਰ ਨੋਟ ਕੀਤਾ ਹੋਊਗਾ ਆਪਣੇ ਘਰਾਂ ਦੇ ਵਿੱਚ ਕਈ ਵਾਰ ਚੁੱਲ੍ਹੇ ਦੀ ਸਵਿਚ ਔਨ ਰਹਿ ਜਾਂਦੀ ਹੈ, ਆਪਾਂ ਨੂੰ ਥੋੜੇ ਸਮੇਂ ਦੇ ਵਿੱਚ ਹੀ ਸਮੈਲ ਸਾਹਮਣੇ ਆ ਜਾਂਦੀ ਹੈ। ਠੀਕ ਹੈ, ਤਾਂ ਬੱਚੋ ਇੱਥੇ ਮੈਂ ਤੁਹਾਨੂੰ ਥੋੜਾ ਜਾਣਕਾਰੀ ਦੇ ਵਾਧੇ ਲਈ ਦੱਸਦਾ। LPG ਜੋ ਹੈ ਗੈਸ ਹੈ, ਪੈਟਰੋਲੀਅਮ ਗੈਸ, ਉਸ ਦੀ ਆਪਣੀ ਕੋਈ ਸਮੈਲ ਨਹੀਂ ਹੁੰਦੀ। ਸਮੈਲ ਪਤਾ ਕਰਨ ਲਈ, ਉਸ ਵਿੱਚ ਸਮੈਲ ਪੈਦਾ ਕਰਨ ਲਈ ਇੱਕ ਬਾਹਰੋਂ ਪਦਾਰਥ ਐਡ ਕੀਤਾ ਜਾਂਦਾ ਹੈ ਜਿਸ ਦੀ ਕਿ ਆਪਣੀ ਸਮੈਲ ਹੁੰਦੀ ਹੈ। ਜੋ ਬਾਹਰੋਂ ਪਦਾਰਥ ਐਡ ਕੀਤਾ ਜਾਂਦਾ ਹੈ ਉਸ ਦਾ ਨਾਮ, ਉਸ ਦਾ ਫਾਰਮੂਲਾ C2H5SH ਹੈ। ਉਸ ਦਾ ਨਾਮ ਇਥੇਨ ਮਾਰਕੈਪਟੇਨ ਹੁੰਦਾ ਹੈ, ਜੋ ਕਿ LPG ਲਈ ਸਮੈਲ ਦਾ ਕੰਮ ਕਰਦੀ ਹੈ। ਭਾਵ ਜੇਕਰ LPG ਲੀਕ ਹੋ ਰਹੀ ਹੋਵੇਗੀ ਤਾਂ ਤੁਹਾਨੂੰ ਬਹੁਤ ਜਲਦੀ ਇਸ ਦੀ ਸਮੈਲ ਚੜਨ ਲੱਗ ਜਾਵੇਗੀ। ਬੱਚਿਓ, ਇਹ ਸਮੈਲ ਕਿਉਂ ਜ਼ਰੂਰੀ ਹੈ? ਕਿਉਂਕਿ LPG ਇੱਕ ਹਾਈਲੀ ਫਲੇਮੇਬਲ ਬਾਲਣ ਹੈ, ਭਾਵ ਬਹੁਤ ਜਲਦੀ ਅੱਗ ਪਕੜਨ ਵਾਲੀ ਗੈਸ ਹੈ। ਜੇਕਰ ਸਾਨੂੰ ਲੀਕੇਜ ਦਾ ਪਤਾ ਨਹੀਂ ਲੱਗੇਗਾ ਤਾਂ ਬਹੁਤ ਵੱਡੇ ਵੱਡੇ ਹਾਦਸੇ ਵਾਪਰਨ ਦਾ ਖਤਰਾ ਹੁੰਦਾ ਹੈ। ਅੱਛਾ ਬੱਚਿਓ, LPG ਗੈਸ ਦਾ ਪ੍ਰਯੋਗ ਕਿੱਥੇ ਹੁੰਦਾ ਹੈ?
ਜਿਵੇਂ ਤੁਸੀਂ ਜਾਣਦੇ ਹੋ ਆਪਣੇ ਘਰਾਂ ਦੇ ਸਿਲੰਡਰਾਂ ਦੇ ਵਿੱਚ ਖਾਣਾ ਪਕਾਉਣ ਦੇ ਲਈ ਆਪਾਂ LPG ਗੈਸ ਦਾ ਪ੍ਰਯੋਗ ਕਰਦੇ ਹਾਂ। ਇਸ ਤੋਂ ਇਲਾਵਾ ਤੁਸੀਂ ਕਈ ਵਾਰ ਵੇਖਿਆ ਹੋਵੇਗਾ ਕਾਰਾਂ ਆਦਿ ਚਲਾਉਣ ਦੇ ਲਈ ਵੀ ਸਿਲੰਡਰਾਂ ਦੀ ਪ੍ਰਯੋਗ ਕੀਤਾ ਜਾਂਦਾ ਹੈ। LPG ਦਾ ਪ੍ਰਯੋਗ ਜਿਵੇਂ ਆਪਾਂ ਗੱਲ ਕੀਤੀ ਹੈ ਵੀ ਕਾਰਾਂ ਦੇ ਵਿੱਚ ਵੀ ਕੀਤਾ ਜਾਂਦਾ ਹੈ, ਜੋ ਕਿ ਗਲਤ ਹੈ ਕਿਉਂਕਿ ਇਹ ਇੱਕ ਧਮਾਕੇ ਨਾਲ ਬਲਣ ਵਾਲੀ ਗੈਸ ਹੈ, ਕਿਸੇ ਵੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਕਰਕੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਪਣੇ ਕੋਲ ਜੋ ਤੀਜਾ ਪਥਰਾਟ ਬਾਲਣ ਹੈ ਕੁਦਰਤੀ ਗੈਸ, ਉਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਸੋ ਬੱਚਿਓ, ਹੁਣ ਆਪਾਂ ਕੁਦਰਤੀ ਗੈਸ ਬਾਰੇ ਗੱਲ ਕਰਦੇ ਹਾਂ। ਕੁਦਰਤੀ ਗੈਸ ਪਥਰਾਟ ਬਾਲਣ ਦੀ ਤਰ੍ਹਾਂ ਹੀ ਇੱਕ ਹਿੱਸਾ ਹੈ, ਪਥਰਾਟ ਬਾਲਣਾਂ ਦਾ ਹਿੱਸਾ ਹੈ। ਜਦੋਂ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਪੌਦਿਆਂ ਦਾ ਅਪਘਟਨ ਹੁੰਦਾ ਹੈ ਤਾਂ ਕੁਦਰਤੀ ਗੈਸ ਪੈਦਾ ਹੁੰਦੀ ਹੈ। ਕੁਦਰਤੀ ਗੈਸ ਵੀ ਇਸੇ ਤਰ੍ਹਾਂ ਧਰਤੀ ਦੇ ਹੇਠੋਂ ਹੀ ਖੂਹਾਂ ਦੇ ਵਿੱਚੋਂ ਪਾਈਪਾਂ ਦੇ ਰਾਹੀਂ ਕੱਢੀ ਜਾਂਦੀ ਹੈ। ਪਾਈਪਾਂ ਦੇ ਰਾਹੀਂ ਇਸ ਦੀ ਸਪਲਾਈ ਵੱਖ-ਵੱਖ ਖੇਤਰਾਂ ਤੱਕ ਹੁੰਦੀ ਹੈ। ਕੁਦਰਤੀ ਗੈਸ ਨੂੰ ਜਦੋਂ ਉੱਚ ਦਬਾਅ ਉੱਤੇ ਦਬਾਇਆ ਜਾਂਦਾ ਹੈ ਤਾਂ ਇਹ ਨਪੀੜਤ ਗੈਸ ਦੇ ਰੂਪ ਵਿੱਚ ਆ ਜਾਂਦੀ ਹੈ, ਜਿਸ ਨੂੰ ਕਿ ਅਸੀਂ CNG ਭਾਵ ਕੰਪਰੈਸਡ ਨੈਚੁਰਲ ਗੈਸ ਦਾ ਨਾਮ ਦਿੰਦੇ ਹਾਂ। ਕੁਦਰਤੀ ਨਪੀੜੀ ਹੋਈ ਗੈਸ, ਕੁਦਰਤੀ ਨਪੀੜਤ ਗੈਸ, ਜੀ ਬਿਲਕੁਲ ਸਹੀ। ਤਾਂ CNG ਗੈਸ ਦਾ ਪ੍ਰਯੋਗ ਵਹੀਕਲਾਂ ਦੇ ਵਿੱਚ ਬਾਲਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਬੱਚਿਓ, ਵੱਡੇ ਸ਼ਹਿਰਾਂ ਦੇ ਵਿੱਚ ਚੱਲਣ ਵਾਲੇ 3 ਪਹੀਆ ਵਾਹਨ ਅਤੇ ਛੋਟੀਆਂ ਕਾਰਾਂ ਦੇ ਵਿੱਚ ਹੁਣ CNG ਗੈਸ ਵਾਲੇ ਸਿਲੰਡਰ ਵਰਤੇ ਜਾਣ ਲੱਗ ਗਏ ਹਨ, ਕਿਉਂਕਿ CNG ਗੈਸ ਜਦੋਂ ਜਲਦੀ ਹੈ ਤਾਂ ਇਹ ਕਾਰਬਨ ਡਾਈਆਕਸਾਈਡ ਅਤੇ ਪਾਣੀ ਪੈਦਾ ਕਰਦੀ ਹੈ, ਭਾਵ ਬਿਨਾਂ ਕਿਸੇ ਦੂਸ਼ਿਤ ਗੈਸ ਜਾਂ ਧੂਆਂ ਪੈਦਾ ਕੀਤੇ ਇਹ ਬਲਦੀ ਹੈ। ਇਸ ਤਰ੍ਹਾਂ ਇਹ ਪ੍ਰਦੂਸ਼ਣ ਰਹਿਤ ਗੈਸ ਹੈ। ਇਸੇ ਕਰਕੇ ਕਿਉਂਕਿ ਇਹ ਇੱਕ ਇਕੋ ਫ੍ਰੈਂਡਲੀ ਭਾਵ ਵਾਤਾਵਰਣ ਨਾਲ ਉਸ ਦੀ ਦੋਸਤ, ਉਸ ਨੂੰ ਬਿਨਾਂ ਗੰਦਾ ਕੀਤੇ ਬਲਣ ਵਾਲੀ ਗੈਸ ਹੈ, ਇਸ ਕਰਕੇ LPG ਦੀ ਜਗ੍ਹਾ ਉੱਤੇ CNG ਗੈਸ ਦਾ ਪ੍ਰਯੋਗ ਕਰਨਾ ਜੋ ਕਿ ਜ਼ਿਆਦਾ ਲਾਭਦਾਇਕ ਹੈ। ਪਿਆਰੇ ਵਿਦਿਆਰਥੀਓ, ਜਿਸ ਤਰ੍ਹਾਂ ਆਪਾਂ ਪੜ੍ਹ ਚੁੱਕੇ ਹਾਂ ਪਥਰਾਟ ਬਾਲਣ ਹੈ ਜਿਹਨੂੰ ਆਪਾਂ ਯੂਜ਼ ਕਰਦੇ ਹਾਂ, ਇਹਨਾਂ ਨੂੰ ਬਣਨ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ, ਪਰ ਇਸ ਦੀ ਵਰਤੋਂ ਜਿਸ ਤਰ੍ਹਾਂ ਅਸੀਂ ਕਰਦੇ ਆ ਰਹੇ ਹਾਂ, ਜਿਸ ਤਰ੍ਹਾਂ ਹੀ ਇਸ ਦੀ ਵਰਤੋਂ ਅਸੀਂ ਕਰਦੇ ਗਏ ਤਾਂ ਹੋ ਸਕਦਾ ਹੈ ਕਿ ਆਉਣ ਵਾਲੀ ਪੀੜ੍ਹੀ ਲਈ ਬਹੁਤ ਹੀ ਮੁਸ਼ਕਲਾਂ ਭਰਿਆ ਸਮਾਂ ਰਹੇ, ਕਿਉਂਕਿ ਕੁਝ ਪਥਰਾਟ ਬਾਲਣ ਬਲਣ ਤੇ ਕਾਰਬਨ ਡਾਈਆਕਸਾਈਡ ਪੈਦਾ ਕਰਦੇ ਹੈ, ਜੋ ਕਿ ਗਲੋਬਲ ਵਾਰਮਿੰਗ ਦਾ ਕਾਰਨ ਬਣਦੀ ਹੈ। ਗਲੋਬਲ ਵਾਰਮਿੰਗ ਨੂੰ ਦੱਸਦੇ ਹਾਂ ਕੀ ਹੁੰਦੀ ਹੈ। ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਵਿਕਿਰਨਾਂ ਨੂੰ ਕਾਰਬਨ ਡਾਈਆਕਸਾਈਡ ਸੋਖ ਲੈਂਦੀ ਹੈ, ਜਿਸ ਕਰਕੇ ਕੀ ਹੈ ਧਰਤੀ ਦਾ ਤਾਪਮਾਨ ਵਧਣ ਲੱਗ ਜਾਂਦਾ ਹੈ, ਜਿਸ ਨੂੰ ਅਸੀਂ ਗਲੋਬਲ ਵਾਰਮਿੰਗ ਕਹਿੰਦੇ ਹਾਂ। ਤਾਂ ਇਸ ਲਈ ਕੁਝ ਸਟੈਪਸ ਜੋ ਆਪਾਂ ਕਰ ਸਕਦੇ ਹਾਂ, ਕੁਝ ਜੋ ਆਪਾਂ ਤਰੀਕੇ ਅਪਣਾ ਸਕਦੇ ਹਾਂ, ਜੋ ਕਿ ਹਰੇਕ ਵਿਦਿਆਰਥੀ ਲਈ ਜਾਣਨਾ ਜ਼ਰੂਰੀ ਹੈ, ਕਿਉਂਕਿ ਹਰ ਇੱਕ ਵਿਦਿਆਰਥੀ ਨੇ ਅੱਗੇ ਜਾ ਕੇ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਅਦਾ ਕਰਨੀ ਹੁੰਦੀ ਹੈ। ਤਾਂ ਉਹਦੇ ਲਈ ਕੀ ਹੈ, ਪਹਿਲਾ ਜੋ ਪੁਆਇੰਟ ਹੈ ਉਹ ਇਹ ਹੈ ਵੀ ਹਰੇਕ ਹੀ ਵਹੀਕਲ ਦੇ ਉੱਤੇ ਇੱਕ ਪੈਰਾਮੀਟਰ ਲਿਖਿਆ ਹੁੰਦਾ ਵੀ ਇਕਨੋਮਿਕ ਮਤਲਬ ਡਰਾਈਵ ਕਰਨ ਦਾ ਹੁੰਦਾ ਵੀ ਤੁਸੀਂ 40 ਤੋਂ 50 ਤੱਕ ਜੇ ਕਰਦੇ ਹੋ ਤਾਂ ਤੁਹਾਡੀ ਕੀ ਹੈ ਇਕਨੋਮਿਕਲ ਆ, ਮੀਨਸ ਕੀ ਆ ਉਸ ਰੇਸ ਦੇ ਵਿਚਕਾਰ ਉਸ ਸਪੀਡ ਦੇ ਉੱਤੇ ਜਿਹੜਾ ਵਹੀਕਲ ਹੈ ਉਹ ਕੀ ਹੈ ਇੰਧਨ ਨੂੰ ਘੱਟ ਪ੍ਰਯੋਗ ਕਰਦਾ, ਯਾਨੀ ਕਿ ਤੁਹਾਡੀ ਇੰਧਨ ਦੀ ਵੀ ਬਚਤ ਹੁੰਦੀ ਹੈ। ਦੂਸਰਾ, ਜਿੱਥੇ ਤੁਸੀਂ ਟ੍ਰੈਫਿਕ ਸਿਗਨਲ ਹੋ ਗਿਆ ਜਾਂ ਜਿੱਥੇ ਤੁਸੀਂ ਖੜਦੇ ਹੋ ਉੱਥੇ ਕੀ ਹੈ ਤੁਸੀਂ ਗੱਡੀ ਨੂੰ ਸਵਿਚ ਆਫ ਕਰਨਾ ਜ਼ਰੂਰੀ ਹੈ, ਉਹਨੂੰ ਨਹੀਂ ਭੁੱਲਣਾ, ਤਾਂ ਕਿ ਆਪਾਂ ਵੱਧ ਤੋਂ ਵੱਧ ਇੰਧਨ ਨੂੰ ਬਚਾ ਸਕੀਏ। ਤੀਸਰਾ ਜੋ ਕਿ ਮੇਨ ਪੁਆਇੰਟ ਹੈ ਵੀ ਪਬਲਿਕ ਟਰਾਂਸਪੋਰਟ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਆਮ ਪ੍ਰਚਲਨ ਚੱਲਿਆ ਵੀ ਇੱਕ ਸਿੰਗਲ ਆਦਮੀ ਹੀ ਗੱਡੀ ਲਈ ਫਿਰਦਾ ਜਾਂ ਵਹੀਕਲ ਤੇ ਜਾ ਰਿਹਾ ਹੈਗਾ,
ਤਾਂ ਉੱਥੇ ਕੀ ਹੈ, ਜਿੱਥੇ ਬਹੁਤੇ ਲੋਕਾਂ ਨੇ ਇੱਕ ਥਾਂ ਤੇ ਅਲੱਗ-ਅਲੱਗ ਗੱਡੀਆਂ ਤੇ ਜਾਣਾ ਹੈ, ਉੱਥੇ ਕੀ ਹੈ ਉਹ ਇੱਕ ਪਬਲਿਕ ਟਰਾਂਸਪੋਰਟ ਯਾਨੀ ਕਿ ਬਹੁਤੇ ਵਿਅਕਤੀ ਇੱਕੋ ਹੀ ਟਰਾਂਸਪੋਰਟ ਜਾ ਸਕਦੇ ਆ, ਜਿਸ ਕਰਕੇ ਕੀ ਆ ਈਂਧਨ ਦਾ ਆਪਾਂ ਬਚਾਅ ਕਰ ਸਕਦੇ ਹਾਂ। ਇਸ ਦੇ ਨਾਲ ਕੀ ਆਪਣਾ ਜਿਹੜਾ ਇਹਦਾ ਟੌਪਿਕ ਹੈ ਕੋਲ ਤੇ ਪੈਟਰੋਲ, ਤੁਹਾਡੇ ਅਧਿਆਇ ਵਿੱਚ ਜੋ ਆਪਾਂ ਜਿੰਨੇ ਵੀ ਟੌਪਿਕ ਸੀ ਲਗਭਗ ਸਾਰੇ ਹੀ ਕਵਰ ਹੋ ਗਏ ਆ। ਹੁਣ ਥੋੜੀ ਜਿਹੀ ਆਪਾਂ ਉਹਦੀ ਰੀਕੈਪ ਕਰਦੇ ਹਾਂ। ਰੀਕੈਪ 'ਚ ਪਹਿਲਾਂ ਆਪਾਂ ਪੜਿਆ ਵੀ ਇੱਕ ਕੋਲਾ ਕੀ ਹੈ, ਕੋਲੇ ਬਾਰੇ ਤੁਹਾਨੂੰ ਸਰ ਦੱਸ ਰਿਹਾ ਵੀ ਕੋਲਾ ਥੋੜਾ ਰੀਕੈਪ 'ਚ। ਸੋ ਬੱਚਿਓ, ਸਭ ਤੋਂ ਪਹਿਲਾਂ ਆਪਾਂ ਕੋਲੇ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਕਿੱਦਾਂ ਆਪਣੇ ਕੋਲੇ ਕੋਲੇ ਦਾ ਨਿਰਮਾਣ ਹੋਇਆ। ਆਪਾਂ ਇੱਕ ਬਹੁਤ ਸੋਹਣੇ ਪ੍ਰਯੋਗ ਦੇ ਰਾਹੀਂ, ਮਾਡਲ ਦੇ ਰਾਹੀਂ ਦੇਖਿਆ ਸੀਗਾ ਜੋ ਫੋਸਿਲ ਬਾਲਣ ਹੋਣ ਦੇ ਵਿੱਚ ਆਏ, ਉਹਨਾਂ ਵਿੱਚੋਂ ਇੱਕ ਪ੍ਰੋਡਕਟ ਜੋ ਇੱਕੋ ਪਈ ਸੀ ਉਹ ਆਪਣੇ ਕੋਲ ਕੋਲਾ ਸੀ। ਇਸ ਤੋਂ ਬਾਅਦ ਆਪਾਂ ਕੋਲੇ ਦੀਆਂ ਕਿਸਮਾਂ ਬਾਰੇ, ਜੋ ਕਿਸਮਾਂ ਹੁੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਇਸ ਤੋਂ ਕੋਲੇ ਤੋਂ ਪ੍ਰਾਪਤ ਉਪਜਾਂ ਬਾਰੇ ਗੱਲ ਕੀਤੀ ਸੀ ਅਤੇ ਉਹਨਾਂ ਉਪਜਾਂ ਦੇ ਪ੍ਰਯੋਗ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਬੱਚਿਓ ਆਪਾਂ ਦੂਸਰੇ ਪ੍ਰਸਾਦ ਬਾਲਣ ਪੈਟਰੋਲੀਅਮ ਬਾਰੇ ਆਪਾਂ ਗੱਲ ਕੀਤੀ ਸੀ। ਪੈਟਰੋਲੀਅਮ ਜੋ ਕਿ ਕੱਚੇ ਤੇਲ ਦੇ ਰੂਪ ਵਿੱਚ ਆਪਾਂ ਨੂੰ ਪ੍ਰਾਪਤ ਹੁੰਦਾ ਹੈ, ਇਹ ਵੀ ਇੱਕ ਪਥਰਾਟ ਬਾਲਣ ਹੈ। ਇਸ ਤੋਂ ਬਾਅਦ ਆਪਾਂ ਇਦਾਂ ਇੱਕ ਚੈਂਬਰ ਦਾ ਮਾਡਲ ਬਣਾਇਆ ਸੀਗਾ। ਇਸ ਮਾਡਲ ਦੇ ਰਾਹੀਂ ਆਪਾਂ ਜੋ ਕੱਚੇ ਤੇਲ ਤੋਂ ਵੱਖ-ਵੱਖ ਉਪਜਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ, ਜਿਸ ਨੂੰ ਕਿ ਫ੍ਰੈਕਸ਼ਨਲ ਡਿਸਟੀਲੇਸ਼ਨ ਮੈਥਡ ਬੋਲਦੇ ਹਨ। ਆਪਾਂ ਵੇਖਿਆ ਸੀ ਕਿ ਅਲੱਗ-ਅਲੱਗ ਤਾਪਮਾਨ ਉੱਤੇ ਆਪਣੇ ਕੋਲ ਅਲੱਗ-ਅਲੱਗ ਉਪਜਾਂ, ਜਿਵੇਂ ਕਿ ਆਪਣੇ ਕੋਲੇ ਈਂਧਨ ਆਇਲ, ਡੀਜ਼ਲ, ਮਿੱਟੀ ਦਾ ਤੇਲ, ਪੈਟਰੋਲ ਅਤੇ ਆਪਣੇ ਕੋਲੇ ਪੈਟਰੋਲੀਅਮ ਗੈਸ ਪ੍ਰਾਪਤ ਹੁੰਦੀ ਹੈ। ਇਸ ਤੋਂ ਬਾਅਦ ਬੱਚਿਓ ਆਪਾਂ ਤੀਸਰੇ ਪਥਰਾਟ ਬਾਲਣ ਕੁਦਰਤੀ ਗੈਸ ਬਾਰੇ ਪੜਿਆ ਹੈ। ਕੁਦਰਤੀ ਗੈਸ ਜੋ ਕਿ ਆਪਾਂ ਗੱਲ ਕੀਤੀ ਸੀ ਕਿ ਇਕੋ ਫ੍ਰੈਂਡਲੀ ਹੈ, ਬਿਨਾਂ ਪ੍ਰਦੂਸ਼ਣ ਤੋਂ ਬਲਣ ਵਾਲੀ ਗੈਸ ਹੈ। LPG ਦੇ ਮੁਕਾਬਲੇ CNG ਭਾਵ ਕੰਪਰੈਸਡ ਨੈਚੁਰਲ ਗੈਸ ਦੀ ਵਰਤੋਂ ਜ਼ਿਆਦਾ ਆਪਣੇ ਲਈ ਫਾਇਦੇਮੰਦ ਹੈ। ਵਾਹਨਾਂ ਵਿੱਚ ਇਸ ਦੀ ਵਰਤੋਂ ਵੱਧ ਕੀਤੀ ਜਾਣੀ ਚਾਹੀਦੀ ਹੈ, ਵੱਧ ਤੋਂ ਵੱਧ ਇਸ ਦੀ ਵਰਤੋਂ ਕਰਨੀ, ਕਿਉਂਕਿ LPG ਇੱਕ ਡੋਮੈਸਟਿਕ ਪਰਪਸ ਲਈ ਵਰਤੀ ਜਾਣ ਵਾਲੀ ਗੈਸ ਹੈ। ਤਾਂ ਬੱਚਿਓ, ਇਸ ਤੋਂ ਬਾਅਦ ਜੋ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਜੋ ਕਿ ਤੁਹਾਨੂੰ ਦੱਸਣੀ ਬਣਦੀ ਹੈ, ਕਿਉਂਕਿ ਜੋ ਪਥਰਾਟ ਬਾਲਣ ਹਨ ਇਹ ਲੰਬਾ ਸਮਾਂ ਵੱਖ-ਵੱਖ ਹੋਈਆਂ ਗਤੀਵਿਧੀਆਂ, ਕੁਦਰਤੀ ਵਰਤਾਰਿਆਂ ਦੇ ਨਾਲ ਆਪਣੇ ਕੋਲ ਪ੍ਰਾਪਤ ਹੋਏ ਹਨ। ਇਸ ਤੋਂ ਬਾਅਦ ਕਿਉਂਕਿ ਆਪਾਂ ਪਹਿਲਾਂ ਬਹੁਤ ਡਿਟੇਲ 'ਚ ਜਾਣ ਚੁੱਕੇ ਹਾਂ ਕਿ ਪਥਰਾਟ ਬਾਲਣ ਜ਼ਮੀਨ ਦੇ ਹੇਠੋਂ ਆਪਣੇ ਕੋਲ ਨਿਕਲਦੇ ਹਨ, ਤਾਂ ਵਿਗਿਆਨੀਆਂ ਦੁਆਰਾ ਖੋਜਕਾਰਾਂ ਦੁਆਰਾ ਮਸ਼ੀਨਾਂ ਦੀ ਸਹਾਇਤਾ ਦੇ ਨਾਲ ਜ਼ਮੀਨਾਂ ਦਾ ਸਰਵੇ ਕੀਤਾ ਜਾਂਦਾ ਹੈ, ਖੋਜ ਕੀਤੀ ਜਾਂਦੀ ਹੈ, ਭਾਵ ਕਿਹੜੀ ਜ਼ਮੀਨ ਦੇ ਹੇਠ ਆਪਾਂ ਨੂੰ ਇਹ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਪ੍ਰਾਪਤ ਹੋ ਸਕਦੇ ਹਨ। ਮਤਲਬ ਇਹ ਹਰ ਕਿਤੇ ਨਹੀਂ ਪ੍ਰਾਪਤ ਹੋ ਸਕਦੇ, ਹਾਂਜੀ। ਖਾਸ ਜਗ੍ਹਾਵਾਂ ਕਿਸੇ ਖਾਸ ਜਗ੍ਹਾ ਦੇ ਵਿੱਚ ਹੀ ਆਪਾਂ ਨੂੰ ਇਹ ਜੋ ਉਪਜਾਂ ਹਨ ਉਹ ਪ੍ਰਾਪਤ ਹੁੰਦੀਆਂ ਹਨ। ਕਿਉਂਕਿ ਇਹ ਇੱਕ ਇਹਨਾਂ ਸਾਰੀਆਂ ਖੋਜਾਂ ਨੂੰ, ਕੋਲੇ ਦੀ ਪ੍ਰਾਪਤੀ, ਪੈਟਰੋਲੀਅਮ ਦੀ ਪ੍ਰਾਪਤੀ, ਉਸ ਤੋਂ ਬਾਅਦ ਇਹਨਾਂ ਸ਼ੁੱਧੀਕਰਨ, ਇਸ ਦੀਆਂ ਵੱਖ-ਵੱਖ ਉਪਜਾਂ ਨੂੰ ਪ੍ਰਾਪਤ ਕਰਨਾ, ਵੱਖ-ਵੱਖ ਉਪਜਾਂ ਨੂੰ ਵੱਖ-ਵੱਖ ਖੇਤਰਾਂ ਤੱਕ ਭੇਜਣਾ, ਇਸ ਵਿੱਚ ਬਹੁਤ ਸਾਰਾ ਪੈਸਾ ਅਤੇ ਬਹੁਤ ਸਾਰੀ ਮੈਨ ਪਾਵਰ ਦੀ ਜ਼ਰੂਰਤ ਹੁੰਦੀ ਹੈ। ਭਾਵ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਤੋਂ ਬਾਅਦ ਆਪਾਂ ਨੂੰ ਇਹ ਪਥਰਾਟ ਬਾਲਣ ਪ੍ਰਾਪਤ ਹੁੰਦੇ ਹਨ। ਇਸ ਕਰਕੇ ਆਪਣਾ ਵੀ ਫਰਜ਼ ਬਣਦਾ ਹੈ ਕਿ ਇਹਨਾਂ ਪਥਰਾਟ ਬਾਲਣਾਂ ਨੂੰ ਬਹੁਤ ਸੀਮਤ ਤਰੀਕੇ ਦੇ ਨਾਲ ਇਹਨਾਂ ਦਾ ਉਪਯੋਗ ਕਰੀਏ। ਜਿਵੇਂ ਕਿ ਸਰ ਨੇ ਤੁਹਾਨੂੰ ਦੱਸਿਆ ਸੀ ਕਿ ਕਿੱਦਾਂ ਆਪਾਂ, ਕਿਉਂਕਿ ਬਹੁਤੇ ਪਥਰਾਟ ਬਾਲਣਾਂ ਦਾ ਪ੍ਰਯੋਗ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਹੀਕਲਾਂ ਨੂੰ ਚਲਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਲਈ ਵਹੀਕਲ ਸੰਬੰਧੀ ਜੋ ਤੁਹਾਨੂੰ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਸਨ, ਜਿਨ੍ਹਾਂ ਨਾਲ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਈਂਧਨਾਂ ਦਾ, ਪਥਰਾਟ ਬਾਲਣਾਂ ਦਾ ਹੀ ਬਚਤ ਕਰ ਸਕਦੇ ਹੋ, ਉਹਨਾਂ ਦਾ ਤੁਹਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਕਦੇ ਵੀ ਬਿਨਾਂ ਗੱਲ ਤੋਂ, ਬਿਨਾਂ ਲੋੜ ਦੇ ਉੱਤੋਂ ਆਪਣੇ ਵਹੀਕਲ ਨੂੰ ਸਟਾਰਟ ਕਰਕੇ ਨਹੀਂ ਰੱਖਣਾ ਚਾਹੀਦਾ ਹੈ। ਘਰਾਂ ਦੇ ਵਿੱਚ ਚੁੱਲ੍ਹੇ ਨੂੰ ਵੀ ਜਦੋਂ ਆਪਾਂ ਨੂੰ ਜ਼ਰੂਰਤ ਹੈ ਉਸ ਸਮੇਂ ਹੀ ਬਾਲਣਾ ਚਾਹੀਦਾ ਹੈ। ਬਿਨਾਂ ਜ਼ਰੂਰਤ ਤੋਂ ਚੁੱਲ੍ਹੇ ਨੂੰ ਬਾਲ ਕੇ ਰੱਖਣਾ ਊਰਜਾ ਦੀ ਖਪਤ ਹੈ। ਤਾਂ ਇਸ ਤਰ੍ਹਾਂ ਜੋ ਕਿ ਪਥਰਾਟ ਬਾਲਣ ਹਨ ਆਪਣੇ ਕੋਲੇ ਸੀਮਤ ਮਾਤਰਾ ਦੇ ਵਿੱਚ ਲਿਮਟਿਡ ਹਨ, ਕਿਉਂਕਿ ਇਹ ਲੰਬਾ ਸਮਾਂ ਪੈਣ ਤੇ ਪੈਦਾ ਹੁੰਦੇ ਹਨ। ਇਸ ਲਈ ਆਪਾਂ ਨੂੰ ਇਹਨਾਂ ਦੀ ਵਰਤੋਂ ਵੀ ਬਹੁਤ ਸੀਮਤ ਤਰੀਕੇ ਦੇ ਨਾਲ ਕਰਨੀ ਚਾਹੀਦੀ ਹੈ, ਤਾਂ ਕਿ
ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਊਰਜਾ ਦੇ ਸਰੋਤਾਂ ਦਾ ਆਨੰਦ ਲੈ ਸਕਣ। ਪਿਆਰੇ ਵਿਦਿਆਰਥੀਓ, ਉਮੀਦ ਕਰਦੇ ਹਾਂ ਜੋ ਤੁਹਾਨੂੰ ਅਸੀਂ ਟੌਪਿਕ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਨੂੰ ਸਾਰਾ ਟੌਪਿਕ ਬਹੁਤ ਹੀ ਵਧੀਆ ਢੰਗ ਨਾਲ ਸਮਝ ਆ ਗਿਆ ਹੋਵੇਗਾ ਤੇ ਆਉਣ ਵਾਲੇ ਸਮੇਂ 'ਚ ਅਸੀਂ ਨਵਾਂ ਟੌਪਿਕ ਲੈ ਕੇ ਤੁਹਾਡੇ ਕੋਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।